ਸਮਝਾ ਦਿਓ ਲੋਕਾਂ ਨੂੰ, ਤੁਹਾਡੇ ਵਰਕਰਾਂ ਨੂੰ ਜਾਂ ਕਾਂਗਰਸ ਵਾਲਿਆਂ ਨੂੰ ਜਾਂ ਪੰਜਾਬ ਦੇ ਵੋਟਰਾਂ ਨੂੰ। ਸ਼ੁਰੂਆਤ ਉੱਥੇ ਹੀ, ਇਹ ਗੱਲ ਬਣੀ ਹੈ ਜਾਂ ਨਹੀਂ ਬਣੀ ਹੈ? ਗਠਜੋੜ ਨੂੰ ਲੈ ਕੇ ਪਿਕਚਰ ਕਲੀਅਰ ਕਰ ਦਿਓ ਕਿ ਗੱਲ ਬਣ ਗਈ ਪੰਜਾਬ ਦੇ ਵਿੱਚ ਜਾਂ ਨਹੀਂ ਬਣੀ ਹੈ। ਗੌਰਵ ਜੀ, ਪਹਿਲਾਂ ਦੋ ਚੀਜ਼ਾਂ ਸਪਸ਼ਟ, ਪੰਜਾਬ ਦੇ ਵਿੱਚ, ਦਿੱਲੀ ਦੇ ਵਿੱਚ, ਗੋਆ ਦੇ ਵਿੱਚ, ਗੁਜਰਾਤ ਦੇ ਵਿੱਚ ਕੋਈ ਸੀਟ ਸ਼ੇਅਰਿੰਗ ਨਹੀਂ। नो सीट शेयरिंग विद द कांग्रेस, पहली गल। चलो ठीक है, हुण मैं राष्ट्रीय भूमिका बनदा 2014 जिथे इकोनॉमी सी अज उस तो 8% थल्ले है। अज देश का सिर्फ 10% बंदा 25,000 तो उत्ते महीने का कमा रहा। सोच के देखो, तुसीं जदों सड़क ते जांदे हो, हर 10वां बंदा है जिहड़ा 25,000 रुपए महीने तो उत्ते कमा रहा, होर कोई पैसे नहीं कमा रहा इन्ने। अज देश की अर्थव्यवस्था एंड देश के जिहड़े इकोनॉमिक इंडीकेटर्स ने, वो सब सहारन अफ्रीका, जिहड़ा सहारा तो थल्ले अफ्रीका है, ਉਹਦੇ ਬਰਾਬਰ ਜਿਹੜਾ ਦੁਨੀਆ ਦਾ ਸਭ ਤੋਂ ਗਰੀਬ ਇਲਾਕਾ ਹੈ। ਚਲੋ, ਸਭ ਤੋਂ ਵੱਧ ਧਰਤੀ ਤੇ ਜਿੰਨੇ ਗਰੀਬ ਨੇ, ਜਿੰਨੇ ਵਿਚਾਰੇ ਭੁੱਖ ਮਰੇ ਨੇ, ਹਿੰਦੁਸਤਾਨ 'ਚ ਨੇ। ਇਹ ਰਿਕਾਰਡ UN ਦਾ ਡੇਟਾ, ਭਾਰਤ ਸਰਕਾਰ ਦਾ ਡੇਟਾ ਇੱਕ ਪਾਸੇ। ਦੂਜੇ ਪਾਸੇ ਕੀ ਹੈ? हिंदू खतरे में, सिख खतरे में, मुसलमान खतरे में, खतरे में, खतरे में, सारे पासे जाओ, लड़ाइयां पवाओ, असी जी बुलडोजर लैके आ गए, असी फलाना ढा दांगे, असी फलाना बना लांगे। सब तो वड्डी गल है कि देश का सत्यानाश मार के, देश के अपने दोस्तों नूं देश बेच के अरबां, ऑलमोस्ट 20,000 करोड़ रुपया, 20 लाख करोड़ 20 लाख करोड़ रुपया इंडस्ट्रीलिस्ट नूं दे के माफ करके देश के सारे देश के किसानों का कर्जा 3 लाख करोड़ है। समझ के देखो, वो दे के मोदी जी कह रहे हैं कि परिवारवाद से लड़ना है। हुण मोदी जी दे नाल 36 पार्टियां सी, उन्हां चों 16 पार्टियां ने कोई चोण नहीं लड़ी। ਉਹਨਾਂ ਤੋਂ 16 ਪਾਰਟੀਆਂ ਨੇ ਕੋਈ ਬੰਦਾ ਲੋਕ ਸਭਾ 'ਚ ਖੜਾ ਨਹੀਂ ਕੀਤਾ। ਜਿਹੜੀਆਂ 9 ਨੇ ਖੜਾ ਕੀਤਾ ਉਹਨਾਂ ਦੇ ਪੱਲੇ ਕੱਖ ਨਹੀਂ ਪਿਆ। ਜਿਹੜੀਆਂ 8 ਨੇ ਖੜਾ ਕੀਤਾ ਉਹਨਾਂ 'ਚੋਂ 6 'ਚ ਇੱਕ ਬੰਦਾ, ਬਾਕੀਆਂ 'ਚ ਜਿਹੜੇ ਚਿਰਾਗ ਪਾਸਵਾਨ ਵਰਗੇ ਪਰਿਵਾਰਵਾਦ ਵਾਲੇ ਆ, ਜੇ ਅਨੁਪ੍ਰਿਆ ਪਟੇਲ, ਚਿਰਾਗ ਪਾਸਵਾਨ, ਜਿਹੜੇ ਵੀ ਐਨਡੀਏ ਦੇ ਬੰਦੇ ਕੱਲ ਮੋਦੀ ਜੀ ਨਾਲ ਖੜੇ ਸੀ, ਜੇ ਦੇਖ ਲਓ, ਉਹ ਸਾਰੇ ਪਰਿਵਾਰ ਵਾਲੇ ਆ। ਹੁਣ ਪੰਜਾਬ ਤੇ ਆ ਜੀ, ਪੰਜਾਬ ਦੀ ਗੱਲ ਇਹ ਹੈ ਸਰ, ਕਾਂਗਰਸ, ਅਕਾਲੀ, ਭਾਜਪਾ ਚਿੰਤਾ ਨਾ ਕਰਨ, आम आदमी पार्टी अलग लड़ूगी। इन्होंने क्या ना, इन्हें 5 मंत्री दिते, इन्ना दिता। असी कह रहे भी जिन्हें भी पंजाब नाल धरो कमाया अंदर देवांगे। पंजाब च साडा थोड़ा ना कोई गठजोड़ नहीं, नैशनली एग्जाम्पल हो चुका। हुण ये गठजोड़ होया क्यों है? ये होया तां है क्योंकि ਜਿਹੜੇ ਲੋਕ ਇਹ ਕਹਿੰਦੇ, ਤੁਸੀਂ ਆਵਾਜ਼ ਆਪਾਂ ਪੰਜਾਬ ਸੁਣੀਆਂ, ਓਵੈਸੀ ਹੋਣੀ हैदराबाद ਮਾਰ ਰਹੇ ਆ, ਉਹ ਕੋਈ ਮੱਧ ਪ੍ਰਦੇਸ਼ ਚ ਮਾਰਦਾ, ਕਿਤੇ ਹਿੰਦੂ ਰਾਸ਼ਟਰ ਬਣ ਜਾਵੇ, ਖਾਲਿਸਤਾਨ ਬਣ ਜਾਵੇ। ਸਾਨੂੰ ਸਾਡੇ ਗੁਰੂਆਂ ਨੇ ਸਿਖਾਇਆ, ਗੁਰੂ ਤੇਗ ਬਹਾਦਰ ਹਿੰਦ ਦੀ ਚਾਦਰ ਸੀਗੇ, ਗੁਰੂ ਗੋਬਿੰਦ ਸਿੰਘ ਜੀ ਹਿੰਦ ਦੇ ਪੀਰ ਸੀ, ਕਿ ਹਿੰਦ ਨੂੰ ਨਹੀਂ ਟੁੱਟਣ ਦੇਣਾ, ਅਸੀਂ ਨਹੀਂ ਟੁੱਟਣ ਦੇਵਾਂਗੇ। ਇਹਨਾਂ ਦੀ ਕਰਕੇ ਇੱਕ ਵਾਰੀ ਟੁੱਟ ਗਿਆ, ਅਸੀਂ ਬਿਗਰ ਪਰਪਸ ਦੀ ਇਕੱਠੇ ਹੋਏ ਹਾਂ। ਹੁਣ ਰਹੀ ਅਕਾਲੀ ਦਲ ਦੀ ਗੱਲ, ਜਿਹੜੇ ਕਹਿੰਦੇ ਆ ਕਿ ਉੱਤੋਂ ਲਗਾਮ ਚੱਲ ਰਹੀ ਹੈ, ਉਹ ਭਾਈ ਸਾਹਿਬ, ਤੁਹਾਡੇ ਵੱਡੇ ਭਰਾਵਾਂ ਨੇ ਤਾਂ 14 ਸਾਲ ਤੁਹਾਨੂੰ SGPC ਤੇ ਬਿਠਾਈ ਰੱਖਿਆ, 14 ਸਾਲ ਦੇ ਕਾਬਜ ਹੋਏ ਹੋ ਤੁਸੀਂ ਸਿੱਖ ਪੰਥ ਤੇ। ਤੁਸੀਂ ਜਵਾਬ ਸਾਰਿਆਂ ਦੇ ਦੇਣੇ ਹੋਣਗੇ, ਤੁਸੀਂ ਮੈਂ ਇੱਕੋ ਸਾਰ ਦੇ ਵਿੱਚ, ਪਰ ਮੈਂ ਬਹੁਤ ਛੋਟਾ ਜਿਹਾ ਜਵਾਬ ਦਿਓ ਪਲੀਜ਼। ਮੈਂ ਛੋਟਾ ਜਿਹਾ ਸਵਾਲ ਪੁੱਛੂੰਗਾ, ਗਠਜੋੜ ਦਾ ਮਤਲਬ ਕੀ ਹੈ ਪੰਜਾਬ ਦੇ ਵਿੱਚ? ਪੰਜਾਬ ਦੇ ਵਿੱਚ ਗਠਜੋੜ ਦਾ ਮਤਲਬ ਪੰਜਾਬੀਆਂ ਨੂੰ ਇਹ ਮੈਸੇਜ ਹੈ ਕਿ ਧਰਮ ਦੀ ਰਾਜਨੀਤੀ ਕਰਨ ਵਾਲੇ, ਕਿਉਂਕਿ ਦੇਖੋ, ਧਰਮ ਦੀ ਰਾਜਨੀਤੀ ਸ਼ੁਰੂ ਕਾਂਗਰਸ ਨੇ ਕੀਤੀ, ਰਾਮ ਮੰਦਿਰ 84 ਸਾਰੇ ਦੰਗੇ ਕਾਂਗਰਸ ਨੇ ਕਰਾਏ, ਪਰ ਹੁਣ ਇਹਨਾਂ ਨੂੰ ਅਕਲ ਆ ਗਈ। ਠੀਕ ਹੈ, ਮੈਂ ਹੋਰ ਥੋੜਾ ਜਿਹਾ ਸਪੈਸੀਫਿਕ ਕਰਦਾ। ਗਰੇਵਾਲ ਸਾਹਿਬ ਥੋੜੇ ਇੱਕ ਵਾਰੀ ਸੁਣ ਲਓ। ਠੀਕ ਹੈ, ਕਿਸੇ ਵੋਟਰ ਨੂੰ ਲੱਗ ਰਿਹਾ ਕਿ ਇੰਡੀਆ ਜਿਹੜਾ ਇਹ ਬਣਿਆ ਗਠਜੋੜ ਵਧੀਆ, ਹੁਣ ਵੋਟ ਕਿਹਨੂੰ ਕਰੇ? ਆਮ ਆਦਮੀ ਪਾਰਟੀ ਨੂੰ ਕਰੇ, ਕਾਂਗਰਸ ਨੂੰ ਕਰੇ? ਵੋਟ ਉਹਨੂੰ ਕਰੇ ਜਿਹੜਾ ਇਹਨਾਂ ਨੂੰ ਲੱਗਦਾ ਕਿ ਮਿਹਨਤ ਮਾਰ ਰਿਹਾ, ਜਾਨ ਮਾਰ ਰਿਹਾ ਤੁਹਾਡੇ ਲਈ, ਜਿਹੜਾ ਭ੍ਰਿਸ਼ਟਾਚਾਰੀ ਦੇ ਪਿੱਛੇ ਜਾ ਰਿਹਾ, ਜਿਹੜਾ ਧਰਮ ਜਾਂ ਜਾਤ ਦੀ ਰਾਜਨੀਤੀ ਨਹੀਂ ਕਰਦਾ। ਬਟ ਹੈਵਿੰਗ ਸੈਡ ਦੈਟ, ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹੂੰਗਾ ਕਿ ਅੱਜ ਦੀ ਡੇਟ 'ਚ ਕਾਂਗਰਸ ਕਿਉਂਕਿ 52-53 ਤੇ ਆ ਗਈ ਸਰ, ਤੁਸੀਂ ਪੋਜੀਸ਼ਨ ਸਮਝੋ। they are not above anybody, they are first among equals। ਇਹਨਾਂ ਨੂੰ ਸਮਝ ਆ ਗਿਆ ਕਿ, ਪਰ ਦੇਸ਼ ਨੂੰ ਸਮਝ ਆਇਆ ਕਿ ਜੇ ਅਸੀਂ ਆਪਣੀ ਸੰਵਿਧਾਨ ਨੂੰ, ਆਪਣੇ ਸੈਕੂਲਰ ਕੈਰੈਕਟਰ ਨੂੰ ਬਚਾਉਣਾ, ਜੇ ਅਸੀਂ ਆਪਣੇ ਦੇਸ਼ 'ਚ ਹਰ ਰੋਜ਼ ਜਿਹੜੀ ਇਹ ਗੰਦਗੀ ਧਰਮ ਦੇ ਨਾਂ ਤੇ ਪੈਂਦੀ ਹੈ, ਇਹਨੂੰ ਰੋਕਣਾ, ਜਿਹੜੇ ਹਿੰਦੂ ਮੁਸਲਿਮ ਹੋਰ ਹੁੰਦਾ ਉਹਨੂੰ ਬੰਦ ਕਰਨਾ, ਜਾਂ ਹਿੰਦੂ ਸਿੱਖ ਰੋਜ਼ ਹੁੰਦਾ, ਹਿੰਦੂ ਕ੍ਰਿਸਚਨ ਹੁੰਦਾ। ਬਟਵਾਰੇ ਹੋ ਗਏ ਸਰ, ਮਨੀਪੁਰ 'ਚ ਬਟਵਾਰਾ ਹੋ ਗਿਆ, ਹਿੰਦੂਆਂ ਤੇ ਕ੍ਰਿਸਚਨਾਂ ਦਾ ਬਟਵਾਰਾ ਹੋ ਗਿਆ ਮਨੀਪੁਰ 'ਚ। ਜੇ ਇਹ ਰੋਕਣਾ ਤਾਂ ਇਕੱਠੇ ਹੋਣਾ ਪੈਣਾ, ਇਹਦੇ ਲਈ ਇਕੱਠੇ ਹੋਣਾ। ਮੈਂ ਤੁਹਾਨੂੰ ਫਿਰ ਦੁਬਾਰਾ ਉਹੀ ਕਹਿ ਰਿਹਾ ਕਿ ਉਸ ਸਵਾਲ ਦੇ ਉੱਤੇ ਹੁਣ ਵੀ ਬਰਕਰਾਰ ਜ਼ਰੂਰ ਰਹੂੰਗਾ ਕਿ ਵਾਕਈ ਤੁਹਾਨੂੰ ਲੱਗਦਾ ਨਹੀਂ ਕਿ ਲੋਕੀ ਕਨਫਿਊਜ਼ਨ ਦੇ ਵਿੱਚ ਹੋਣਗੇ, ਪੰਜਾਬ ਦੇ ਹੋਣ, ਦਿੱਲੀ ਦੇ ਹੋਣ, ਗੁਜਰਾਤ ਦੇ ਹੋਣ, ਜਾਂ ਫਿਰ ਗੋਆ ਦੇ ਹੋਣ? ਸਰ ਤੁਸੀਂ ਜਵਾਬ ਦੇ ਲਿਓ, ਥੋੜਾ ਜਿਹਾ ਵੇਟ ਕਰਿਓ, ਤੁਹਾਡੀ ਗੱਲ ਆ ਗਈ। ਆਪਣੇ ਹੋਣਗੇ, ਕੋਈ ਕਨਫਿਊਜ਼ਨ ਨਹੀਂ ਜੀ। ਠੀਕ ਹੈ, ਮੈਂ ਸਮਝਣਾ ਤੁਹਾਡੀ ਗੱਲ। ਮੈਂ ਇੱਕ ਵਾਰੀ ਰੁਕ ਕਰ ਲਵਾਂ ਬਾਕੀ ਸਾਰੇ ਮਹਿਮਾਨਾਂ ਦਾ। ਸਾਡੇ ਨਾਲ ਰਾਜ ਸਿੰਘ ਗੁੱਜਰ ਜੀ ਜੁੜ ਰਹੇ ਨੇ, कांग्रेस ਨੂੰ रिप्रेजेंट कर रहे हैं। सर उम्मीद है मेरी आवाज आप तक पहुंच रही होगी। आप बता दीजिए क्या फॉर्मूला है इस गठबंधन का,
क्या वाकई इसी तरीके से, जिस तरीके से आम आदमी पार्टी बोल रही है कि अपने अपने उम्मीदवार लेकिन है गठबंधन में, हर जगह पर दोनों पार्टियों के उम्मीदवार लेकिन है गठबंधन में, तो ये थोड़ा समझ से बाहर हो जाता है ना कि फिर गठबंधन कैसा हुआ? देखिए, जिस प्रकार आज भारतवर्ष में देश की जो वर्तमान परिस्थितियां हैं, इन परिस्थितियों में हम समझते हैं कि वर्तमान स्वरूप में जो देश के अंदर जो 70 साल में कांग्रेस ने बनाया है, उस 70 साल को 9 वर्ष के अंदर भाजपा और इसके सहयोगी दलों ने से लूट, अहंकार, सत्ता के मद्देचूर होकर इन्होंने हर प्रकार से देश को तहस नहस करने का जो परिणाम आपके सामने रखा है, उसके खिलाफ आज देश के अंदर जो सामूहिक रूप से, व्यापक रूप से देश की व्यवस्था को समझते हुए, देश के हालात को समझते हुए जो सभी दल इकट्ठे हुए हैं, उनकी एक ऐसा उद्देश्य है कि इस प्रकार हमने, आप याद रखना कि इस प्रकार 300 वर्ष पहले जब अंग्रेजों का शासन था, तो अंग्रेजों के शासन के खिलाफ कांग्रेस की विचारधारा के अंतर्गत देश की आजादी की लड़ाई लड़ी गई। उस समय भी विभिन्नता के साथ देश के अलग अलग क्षेत्रों से, अलग अलग विचारों से, अलग अलग मुहिम को लेकर इस प्रकार देश की सामूहिक रूप से जातियों ने, धर्मों ने, विभिन्न प्रकार के प्रांत के लोगों ने इस प्रकार देश की लड़ी थी। उसी उद्देश्य को लेकर आज 70 साल के नवनिर्माण के बाद जो 9 वर्ष के शासन में जिस प्रकार भाजपा और उसके सहयोगियों ने लूटने का प्रयास किया है, उसके खिलाफ एक लड़ाई है। उस लड़ाई को लड़ने के लिए आज हम व्यापक रूप से, सामूहिक रूप से, हमारे नेतृत्व ने, कांग्रेस की विचारधारा ने, कांग्रेस के नेता ने, आपका जो पूरा एजेंडा है, मैं आपको इसलिए बीच में रोक रहा हूं कि ये पूरी चीजें लोगों को क्लियर है, उनको कोई इसमें कोई कंफ्यूजन नहीं है, उनको क्लियर है कि आप क्या कहना चाह रहे हैं, ये पूरा गठबंधन किस लाइन के ऊपर बन रहा है, क्यों बन रहा है। लेकिन कंफ्यूजन इस बात के ऊपर है कि अब सीट शेयरिंग होगी कि नहीं होगी। क्या हरियाणा में, पंजाब में सीट शेयरिंग होने जा रही है कांग्रेस और आम आदमी पार्टी के बीच या नहीं? यही लोग समझना चाहते हैं कि क्या हरियाणा की 10 सीटों पर, पंजाब की 13 सीटों के ऊपर सभी कांग्रेस के और आम आदमी पार्टी के उम्मीदवार नजर आएंगे या नहीं आएंगे? देखिए, बड़ा अच्छा सवाल आपने किया है। आप समझते हैं कि अगर जनता, समाज और लोग, भारतवर्ष के लोग ये समझ चुके हैं कि जो इंडिया शब्द हमारे बीच में आया है वो देश की खुशहाली को लेकर, देश की जो शासन आने वाला है उसके लिए है, तो बड़ा एक स्वाभाविक प्रश्न आता है कि क्या चुनाव मिलकर लड़ेंगे, चुनाव में किस प्रकार की परिस्थितियां होंगी। ये बड़ा स्पष्ट है। मैं अपने आम आदमी पार्टी के ग्रेवाल जो हमारे प्रवक्ता महोदय हैं, मैं उनसे स्वीकृति नहीं रखता क्योंकि वो जानते होंगे किस प्रकार से गठबंधन की सीटें होंगी। लेकिन जहां तक मेरा जो अनुभव है, राजनीतिक रूप से हमारा जो उद्देश्य है कि ये जो सीटों का है, में किस प्रकार का चुनाव, कहां पर सीटों का बंटवारा होगा, ये हमारे राष्ट्रीय नेतृत्व को देखना है। मैं किसी भी एक मत को लेकर यहां पर नहीं कह सकता हरियाणा में इतने चुनाव होगा, ये केंद्रीय नेतृत्व का फैसला होगा। जिन नेताओं ने देश की इस वर्तमान परिस्थितियों में एक आम व्यक्ति को, किसी वर्ग उठा के देख लो, किसान, मजदूर, व्यापारी, युवा, महिला, किसी भी क्षेत्र उठा के देख लो, भाजपा ने हर ठीक है, थोड़ा सा डिस्टर्बेंस आपके नेटवर्क का भी इशू लग रहा है। एक बार मैं अपनी टीम को कहूंगा कि दोबारा, हम आपको स्काइप के जरिए जुड़े हुए हैं, राय सिंह गुर्जर जी, हमको दोबारा जोड़ लें। ठीक है, आपका पॉइंट आ गया सर। दरअसल आपकी आवाज बहुत क्लियर मेरे पास नहीं पहुंच रही है, इसलिए मैं आपको बीच में भी रोक रहा हूं। आपका वो पॉइंट आ गया कि अगर सीटों की शेयरिंग को लेकर बहुत क्लियर है कि हाईकमान फैसला करेगा। मैं आपके पास दोबारा आऊंगा, एक बार हमारी टीम आपसे दोबारा संपर्क करती है, आपकी और आवाज क्लियर आए, लोगों तक पहुंचे, ये कोशिश रहेगी। इस विचाले साडा हरजीत भुल्लर जी भी जुड़ चुके हैं, श्रोमणी अकाली दल ਨੂੰ ਰਿਪਰੈਜ਼ੈਂਟ ਕਰਨਗੇ। ਭੁੱਲਰ ਸਾਹਿਬ, ਬਹੁਤ ਬਹੁਤ ਸਵਾਗਤ ਹੈ। ਮੈਂ ਤੁਹਾਡਾ ਰੁਖ ਕਰਾਂਗਾ, ਪਰ ਪਹਿਲਾਂ ਦਿਆਲ ਸਿੰਘ ਸੋਢੀ ਜੀ। ਸੋਢੀ ਸਾਹਿਬ, ਤੁਹਾਡੇ ਵਿਰੋਧੀ ਬਹੁਤ ਇਕੱਠੇ ਹੋ ਗਏ ਆ, ਪਰ ਕਹਿੰਦੇ ਪੰਜਾਬ ਦੇ ਵਿੱਚ ਇਲੈਕਸ਼ਨ ਅਸੀਂ ਇਸ ਤਰੀਕੇ ਨਾਲ ਹੀ ਲੜਾਂਗੇ ਜਿਵੇਂ ਮੌਜੂਦਾ ਸਮੇਂ ਦੇ ਵਿੱਚ ਲੜਦੇ ਆਏ ਆ। 2022, 2019, 2014, 17 ਜਿਸ ਤਰੀਕੇ ਨਾਲ ਲੜੇ ਨੇ ਉਸ ਤਰੀਕੇ ਨਾਲ ਹੀ ਲੜਾਂਗੇ। ਗੌਰਵ ਜੀ, ਜਿਸ ਵਿਸ਼ੇ ਤੇ ਆਪਾਂ ਡਿਬੇਟ ਕਰ ਰਹੇ ਹਾਂ ਜੀ, ਕੱਲ ਵੀ ਤੁਹਾਡੇ ਇਸ ਚੈਨਲ ਦੇ ਉੱਪਰ ਡਿਬੇਟ ਕਰਨ ਦਾ ਮੌਕਾ ਮਿਲਿਆ ਸੀ। ਮੈਂ ਪਹਿਲਾਂ ਇਹ ਗੱਲ ਕਹਿਣੀ ਚਾਹੁੰਦਾ ਹੈ ਕਿ ਇਹ ਇਕੱਲਾ ਪੰਜਾਬ ਹੀ ਨਹੀਂ ਹੈ, ਬਲਕਿ ਪੱਛਮੀ ਬੰਗਾਲ ਦੇ ਵਿੱਚ ਦੀ ਉੱਥੋਂ ਦੀ ਕਾਂਗਰਸ ਇਕਾਈ ਔਰ CPI ਦੀ ਇਕਾਈ ਨੇ ਕਹਿ ਦਿੱਤਾ ਹੈ ਕਿ ਅਸੀਂ ਪੱਛਮੀ ਬੰਗਾਲ ਦੇ ਵਿੱਚ ਕੋਈ ਸੀਟਾਂ ਦੀ ਵੰਡ ਨਹੀਂ ਕਰਾਂਗੇ। ਇਸੇ ਤਰ੍ਹਾਂ ਦਿੱਲੀ ਦੀ ਜਿਹੜੀ ਕਾਂਗਰਸ ਦੀ ਇਕਾਈ ਹੈ, ਉਹਨਾਂ ਨੇ ਵੀ ਇਹ ਗੱਲ ਕਹਿ ਦਿੱਤੀ ਹੈ ਕਿ ਅਸੀਂ ਦਿੱਲੀ ਦੇ ਵਿੱਚ ਕੋਈ ਜਿਹੜੀ ਹੈਗੀ ਆ ਸੀਟਾਂ ਦੀ ਵੰਡ ਨਹੀਂ ਕਰਾਂਗੇ। ਤੇ ਪੰਜਾਬ ਦੇ ਵਿੱਚ ਤਾਂ ਤੁਸੀਂ ਦੇਖ ਹੀ ਲਿਆ ਕਿ ਕਾਂਗਰਸ ਦੇ ਪ੍ਰਧਾਨ ਤੇ ਜਿਹੜੇ ਵਿਰੋਧੀ ਧਿਰ ਦੇ ਨੇਤਾ ਨੇ ਵਿਧਾਨ ਸਭਾ 'ਚ ਬਾਜਵਾ ਸਾਹਿਬ, ਉਹਨਾਂ ਨੇ ਵੀ ਇਹ ਗੱਲ ਕਲੀਅਰ ਕਰ ਦਿੱਤੀ ਹੈ ਕਿ ਅਸੀਂ ਸੀਟਾਂ ਦੀ ਵੰਡ ਨਹੀਂ ਕਰਾਂਗੇ।
ਹੁਣ ਇਸ ਗੱਲ ਦੀ ਸਮਝ ਨਹੀਂ ਆਉਂਦੀ ਕਿ ਜਦੋਂ ਇਲੈਕਸ਼ਨ ਆਉਂਦਾ ਸੁਭਾਵਕ ਹੈ ਗੱਠਜੋੜ ਕੀਤੇ ਜਾਂਦੇ ਨੇ, ਤੇ ਗੱਠਜੋੜ ਉਹ ਇਲੈਕਸ਼ਨ ਲੜਨ ਲਈ ਕੀਤੇ ਜਾਂਦੇ ਨੇ, ਸੀਟਾਂ ਦੀ ਵੰਡ ਕੀਤੀ ਜਾਂਦੀ ਹੈ। ਲੇਕਿਨ ਮੈਂ ਇੱਕ ਗੱਲ ਗਰੇਵਾਲ ਸਾਹਿਬ ਨੂੰ ਕਲੀਅਰ ਕਰ ਦਿਆਂ ਕਿ ਗਰੇਵਾਲ ਸਾਹਿਬ ਤੁਹਾਡੀ ਲੋਕ ਸਭਾ ਦੇ ਵਿੱਚ ਇੱਕ ਮੈਂਬਰ ਵਾਲੀ ਪਾਰਟੀ ਹੈ। ਤੁਹਾਡੀ ਜਿਹੜੀ ਪਾਰਟੀ ਹੈ, ਤੁਹਾਡਾ ਜਿਹੜਾ ਵਜੂਦ ਹੈ, ਅਸੀਂ ਮੰਨਦੇ ਹਾਂ ਕਿ ਦਿੱਲੀ 'ਚ ਤੁਹਾਡੀ ਮੌਜੂਦਾ ਸਰਕਾਰ ਹੈ ਤੇ ਪੰਜਾਬ ਦੇ ਵਿੱਚ ਤੁਹਾਡੀ ਮੌਜੂਦਾ ਸਰਕਾਰ ਹੈ ਜੀ। ਕੇਵਲ 2 ਰਾਜਾਂ ਦੇ ਵਿੱਚ ਤੁਹਾਡੇ ਐਮਐਲਏ ਹੋਣ ਕਰਕੇ ਤੁਹਾਨੂੰ ਲੱਗਦਾ ਹੈ ਕਿ ਅਸੀਂ ਲੋਕ ਸਭਾ ਦੇ ਵਿੱਚ ਸੀਟਾਂ ਜਿੱਤ ਸਕਦੇ ਹਾਂ। ਲੇਕਿਨ ਜਿੱਥੇ ਤੁਸੀਂ ਸਰਕਾਰ ਦੇ ਵਿੱਚ ਹੁੰਦਿਆਂ ਹੋਇਆਂ ਸੀਟਾਂ ਦੀ ਵੰਡ ਵਾਸਤੇ ਤੁਹਾਡਾ ਰੌਲਾ ਪਿਆ ਹੋਇਆ ਹੈ, ਤੁਸੀਂ ਆਪ ਕਹਿ ਰਹੇ ਹੋ ਕਿ ਅਸੀਂ ਸੀਟਾਂ ਦੀ ਵੰਡ ਨਹੀਂ ਕਰਾਂਗੇ, ਤੇ ਫਿਰ ਤੁਸੀਂ ਉੱਥੋਂ ਕੀ ਆਸ ਰੱਖੋਗੇ? ਤੇ ਤੁਹਾਡੀ ਜਿਹੜੀ ਹੋਰ ਤੱਕ ਤੇ ਸਰਕਾਰ ਹੈ ਨਹੀਂ ਜੀ। ਗੁਜਰਾਤ ਦੇ ਵਿੱਚ ਤੁਹਾਨੂੰ ਮੂੰਹ ਦੀ ਖਾਣੀ ਪਈ ਹੈ, ਕਰਨਾਟਕਾ ਦੇ ਵਿੱਚ ਤੁਹਾਨੂੰ ਮੂੰਹ ਦੀ ਖਾਣੀ ਪਈ ਹੈ, ਹਿਮਾਚਲ ਦੇ ਵਿੱਚ ਤੁਹਾਨੂੰ ਮੂੰਹ ਦੀ ਖਾਣੀ ਪਈ ਹੈ। ਸੋਢੀ ਸਾਹਿਬ ਜੇ ਇਕੱਠੇ ਹੋ ਗਏ, ਦੇਖੋ ਗੱਲ ਇਹ ਹੈ ਕਿ ਜੇ ਇਕੱਠੇ ਹੋ ਗਏ ਸਾਰੇ ਇਹ ਜਿਹੜੀਆਂ ਵਿਰੋਧੀ ਪਾਰਟੀਆਂ, ਤੁਹਾਡੀਆਂ ਵਿਰੋਧੀ ਪਾਰਟੀਆਂ ਨੇ, ਤਾਂ ਫਿਰ 5-5 2-2 4-4% ਦੇ ਨਾਲ ਅੰਕੜਾ ਬਹੁਤ ਵੱਡਾ ਬਣ ਜਾਣਾ ਹੈ। ਗੌਰਵ ਜੀ, ਮੈਂ ਜਿਹੜਾ ਇਲੈਕਸ਼ਨ ਹੈ ਹਮੇਸ਼ਾ ਮੁੱਦਿਆਂ ਤੇ ਲੜਿਆ ਜਾਂਦਾ ਹੁੰਦਾ ਹੈ। ਇਹ ਜਿਹੜਾ ਗੱਠਜੋੜ ਹੈ, ਇਹ ਗੱਠਜੋੜ ਕੋਈ ਲੋਕਤੰਤਰ ਨੂੰ ਬਚਾਉਣ ਲਈ, ਸੰਵਿਧਾਨ ਨੂੰ ਬਚਾਉਣ ਲਈ ਜਾਂ ਡੈਮੋਕ੍ਰੇਸੀ ਨੂੰ ਬਚਾਉਣ ਲਈ ਨਹੀਂ ਹੈ ਜੀ। ਇਹ ਲੋਕਤੰਤਰ, ਇਹ ਜਿਹੜਾ ਗੱਠਜੋੜ ਹੈ, ਇਹਨਾਂ ਦੀ ਮਜਬੂਰੀ ਹੈ। ਇਹ ਗੱਠਜੋੜ ਇੱਕ ਪਰਿਵਾਰਾਂ ਨੂੰ ਬਚਾਉਣ ਵਾਸਤੇ। ਅੱਜ ਤੁਸੀਂ ਇੱਕ ਗੱਲ ਦੇਖੋ, ਬੀਜੇਪੀ ਨੂੰ ਲੱਗ ਰਿਹਾ ਨਾ ਸਰ, ਬੀਜੇਪੀ ਨੂੰ ਇਹ ਲੱਗ ਰਿਹਾ ਹੈ, ਉਹਨਾਂ ਨੂੰ ਲੱਗਦਾ ਕਿ ਅਸੀਂ ਸੰਵਿਧਾਨ ਨੂੰ ਬਚਾਉਣ ਵਾਸਤੇ, ਦੇਸ਼ ਦੇ ਲੋਕਤੰਤਰ ਨੂੰ ਬਚਾਉਣ ਦੇ ਲਈ ਇਹ ਗਠਜੋੜ ਕਰ ਰਹੇ ਹਾਂ, ਜੋ ਜ਼ਰੂਰੀ ਹੈ ਸਿਧਾਂਤਿਕ ਤੌਰ ਦੇ ਉੱਤੇ। ਜੇ ਦੇਸ਼ ਦੇ ਵਿੱਚ ਲੋਕਤੰਤਰ ਬਚਿਆ ਹੋਇਆ ਹੈ ਜੀ, ਤੇ ਕਰਨਾਟਕਾ 'ਚ ਕਾਂਗਰਸ ਦੀ ਜਿੱਤ ਕਿਵੇਂ ਹੋ ਗਈ? ਹਿਮਾਚਲ ਦੇ ਵਿੱਚ ਕਾਂਗਰਸ ਕਿਵੇਂ ਜਿੱਤ ਗਈ? ਜਾਂ ਆਮ ਆਦਮੀ ਪਾਰਟੀ ਮੈਂਬਰ ਪਾਰਲੀਮੈਂਟ ਦਾ ਬਾਈ ਇਲੈਕਸ਼ਨ ਪੰਜਾਬ 'ਚ ਕਿਵੇਂ ਜਿੱਤ ਗਈ? ਲੋਕਤੰਤਰ ਦਾ ਬਚਿਆ ਹੋਇਆ ਹੈ। ਲੇਕਿਨ ਇਹ ਆਪਣੇ ਆਪ ਨੂੰ ਬਚਾਉਣ ਲਈ ਇਹ ਕਹਿੰਦੇ ਨੇ, ਮੈਂ ਤੁਹਾਨੂੰ ਦੱਸ ਦਿੰਦਾ ਕਿ ਅਸੀਂ ਲੋਕਾਂ ਦੀ ਹਰ ਸਹੂਲਤ ਗਰਾਊਂਡ ਲੈਵਲ ਤੱਕ ਪਹੁੰਚਦੀ ਕੀਤੀ ਹੈ। ਸਿੱਧੇ ਖਾਤਿਆਂ 'ਚ ਪੈਸੇ ਪਾਏ ਨੇ, ਲੋਕਾਂ ਨੂੰ ਲਾਭ ਦਿੱਤਾ ਹੈ। ਨਹੀਂ, ਤੁਹਾਨੂੰ ਆਮ ਆਦਮੀ ਪਾਰਟੀ ਵੀ ਉੱਥੇ ਹੀ ਲੱਗ ਰਹੀ ਹੈ, ਤੁਹਾਨੂੰ ਆਮ ਆਦਮੀ ਪਾਰਟੀ ਵੀ ਉੱਥੇ ਹੀ ਲੱਗ ਰਹੀ ਹੈ ਕਿ ਖੁਦ ਨੂੰ ਬਚਾਉਣ ਦੇ ਲਈ ਆਮ ਆਦਮੀ ਪਾਰਟੀ ਦਿੱਲੀ 'ਚ, ਪੰਜਾਬ 'ਚ ਫੁੱਲ ਮੈਜੋਰਟੀ ਦੇ ਨਾਲ ਸਰਕਾਰ 'ਚ। ਤੁਸੀਂ ਇੱਕ ਗੱਲ ਦੇਖੋ ਗੌਰਵ ਜੀ, ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਇਹ ਜਿਹੜਾ ਕੇਵਲ ਆਰਡੀਨੈਂਸ ਦੀ ਹਮਾਇਤ ਲਈ ਹੀ ਗੱਠਜੋੜ ਹੈ, ਜਦੋਂ ਕਿ ਸੀਟਾਂ ਦੀ ਵੰਡ ਲਈ ਗੱਠਜੋੜ ਨਹੀਂ ਹੈ। ਔਰ ਮੈਂ ਤੁਹਾਨੂੰ ਅੱਜ ਬੜੇ ਵਿਸ਼ਵਾਸ ਨਾਲ ਕਹਿਣਾ ਗੱਲ ਤੁਹਾਡੇ ਚੈਨਲ ਤੇ, ਸਭ ਤੋਂ ਪਹਿਲਾਂ ਜਦੋਂ ਗੱਠਜੋੜ ਦੇ ਵਿੱਚੋਂ ਵਾਪਸ ਕੋਈ ਹੋਊਗਾ ਤੇ ਉਹ ਆਮ ਆਦਮੀ ਪਾਰਟੀ ਦੇ ਸੁਪਰੀਮੋ ਚਲੋ ਮੈਂ ਇੱਕ ਵਾਰੀ ਜਵਾਬ ਲੈ ਲਵਾਂ। ਮੈਂ ਭੁੱਲਰ ਜੀ ਦਾ ਰੁਖ ਕਰਨਾ ਹੈ, ਸਾਡੇ ਨਾਲ ਹਰਜੀਤ ਭੁੱਲਰ ਜੀ ਵੀ ਜੁੜੇ ਹੋਏ ਨੇ। ਅਹਿਬਾਬ ਗਰੇਵਾਲ ਜੀ, ਬਹੁਤ ਛੋਟਾ ਜਿਹਾ ਜਵਾਬ, ਕਹਿੰਦੇ ਜੇ ਗੱਠਜੋੜ ਤੋਂ ਸਭ ਤੋਂ ਪਹਿਲਾਂ ਕੋਈ ਬੈਕਆਊਟ ਕਰੇਗਾ ਤਾਂ ਆਮ ਆਦਮੀ ਪਾਰਟੀ ਹੋਏਗੀ। ਸਰ ਜੀ 4 ਸਾਲ ਬਾਅਦ ਐਨਡੀਏ ਕਿਹਨੇ ਬੁਲਾਈ? ਅਸੀਂ ਤਾਂ ਵੈਸੇ ਹੀ ਗੱਲ ਕੀਤੀ ਸੀ, ਮਜਬੂਰੀ ਜਿਹਦੀ ਹੋਊਗੀ, ਪਹਿਲੀ ਗੱਲ। ਦੂਜੀ ਗੱਲ, ਦੇਸ਼ ਦੇ ਵਿੱਚ ਬਚਾ ਕੀ ਰਹੇ ਆ? ਚੀਫ ਇਨਫੋਰਮੇਸ਼ਨ ਕਮਿਸ਼ਨਰ, ਸੀਬੀਆਈ, ਈਡੀ, ਸਭ ਦੇ ਹੈਡਸ ਦੀ ਐਸੀ ਤੈਸੀ ਉਹਨਾਂ ਨੂੰ ਕੰਟਰੋਲ ਕਰਨ ਲਈ ਇਹੋ ਜਿਹੇ ਲਾਜ਼ ਪਾਸ ਕੀਤੇ ਸੁਪਰੀਮ ਕੋਰਟ ਦੇ ਬਾਵਜੂਦ, ਜਿਹੜੇ ਲੋਕਾਂ ਨੂੰ ਸਸ਼ਕਤ ਕਰਦੇ ਸੀ, ਇਹਨਾਂ ਨੇ ਕੀਤੇ। ਸੁਪਰੀਮ ਕੋਰਟ ਤੇ ਹਮਲਾ ਕੀਤਾ, ਚੀਫ ਜਸਟਿਸ ਸਾਹਿਬ ਕਹਿ ਚੁੱਕੇ ਆ। ਅੱਛਾ, ਸਾਡੇ ਕੋਲ ਲੋਕ ਸਭਾ 'ਚ ਕੋਈ ਨਹੀਂ ਨਾ ਸਰ, ਸਾਡੇ ਕੋਲ ਰਾਜ ਸਭਾ 'ਚ ਸੈਕੰਡ ਲਾਰਜੈਸਟ 10 ਨੇ। ਲੋਕ ਬੋਲ ਪਏ, ਤੁਹਾਡੀਆਂ ਲੱਤਾਂ ਤਾਂ ਕੰਬਦੀਆਂ ਨੇ। ਹੁਣ ਜਿਹੜੇ ਗੱਠਜੋੜ ਦੀ ਤੁਸੀਂ ਗੱਲ ਕਰ ਰਹੇ ਹੋ, 24 'ਚ ਤਾਂ ਕੀਤਾ ਕਿਉਂਕਿ ਅਸੀਂ ਕਹਿ ਰਹੇ ਹਾਂ ਕਿ ਅਸੀਂ ਇੱਕ ਸੋਚ ਦੇ ਖਿਲਾਫ ਹਾਂ। ਪਰ ਵੱਡਾ ਈਵਲ ਜਿਵੇਂ ਦੇਸ਼ 47 'ਚ ਵੰਡਿਆ ਗਿਆ, ਇਹਨਾਂ ਨੂੰ ਜੇ ਕਰਨ ਦਿੱਤਾ ਗਿਆ, ਇਹ ਦੇਸ਼ ਵੰਡਾਉਣਗੇ। ਮਨੀਪੁਰ 'ਚ ਹੋ ਗਿਆ, ਦੇਸ਼ ਵਾਸੀਓ ਦੇਖ ਲਓ, ਮਨੀਪੁਰ 'ਚ ਆਬਾਦੀ ਦੀ ਵੰਡ ਹੋ ਗਈ, ਬਾਰਡਰ ਬਣ ਗਏ, ਲੋਕ ਮਰਨ ਲੱਗ ਗਏ। ਜੇ ਇਹਨਾਂ ਨੂੰ ਖੁੱਲੇ ਛੱਡਤਾ, ਜਿਸ ਤਰ੍ਹਾਂ ਇਹ ਹਲਕੇ ਫਿਰ ਰਹੇ ਨੇ ਸਾਰੇ ਦੇਸ਼ 'ਚ, ਇਹਨਾਂ ਨੂੰ ਜੇ ਨਾ ਰੋਕਿਆ ਗਿਆ, ਇਹ ਦੇਸ਼ ਨੂੰ ਵੰਡਣਗੇ। ਐਂਡ ਇਹਨਾਂ ਦੇ ਜਿਹੜੇ ਆਪਾਂ ਕਹਿੰਦੇ ਸੀ ਵੱਡੇ ਵੱਡੇ ਡਿਵੈਲਪਮੈਂਟ ਦੇ ਦਾਅਵੇ, ਇਹ ਰਿਓੜੀਆਂ ਦੀ ਗੱਲ ਕਰਦੇ। ਅਸੀਂ ਪੈਸੇ ਡਾਇਰੈਕਟ ਦਿੱਤੇ, 3.5 ਕਰੋੜ ਦਰਖਤ ਵੱਢਤਾ ਹਿਮਾਲਿਆ 'ਚੋਂ, 3.5 ਕਰੋੜ ਦਰਖਤ। ਜਿਹੜੀ ਆ ਤਰਾਸਦੀ ਆਈ ਹੈ ਨਾ, ਇਹ ਥੋੜਾ ਜਿਹਾ ਅੰਕੜਾ, 3.5 ਕਰੋੜ ਟਰੀਜ਼ ਹੈਵ ਬੀਨ ਫੈਲਡ। ਗੌਰਵ ਜੀ ਦੀ ਹਾਲਤ ਵੀ ਦੇਖ ਲਓ ਗਰੇਵਾਲ ਸਾਹਿਬ, ਪੰਜਾਬ ਬਿਲਕੁਲ ਹਾਂ, ਉਹਦਾ ਵੀ ਸੁਣ ਲਓ। ਇੱਕ ਇੱਕ ਕਰਕੇ ਲੋਕਾਂ ਤੱਕ ਗੱਲ ਪਹੁੰਚੇ। 5200 ਕਰੋੜ ਰੁਪਈਆ ਜੀ ਗਰੇਵਾਲ ਜੀ ਕੰਪਲੀਟ ਕਰ ਲਿਓ ਪਲੀਜ਼ ਜੀ। 5200 ਕਰੋੜ ਰੁਪਈਆ ਅਕਾਲੀ, ਭਾਜਪਾ ਤੇ ਕਾਂਗਰਸ ਵੇਲੇ ਪੰਜਾਬ 'ਚ ਫਲੱਡ ਪ੍ਰੂਫਿੰਗ ਤੇ ਲੱਗਿਆ, ਉਹਦਾ ਵੀ ਹਿਸਾਬ ਲਵਾਂਗੇ। ਸਮਾਰਟ ਸਿਟੀ, ਅੱਜ ਮੈਂ ਆਪਣੇ ਦਫ਼ਤਰ ਤੋਂ ਘਰ ਆ ਰਹੀ ਸੀ, 4 ਕਿਲੋਮੀਟਰ 2 ਘੰਟਿਆਂ 'ਚ ਆਇਆ। ਜਿਹੜੀ ਸਮਾਰਟ ਸਿਟੀ ਕਾਂਗਰਸੀਆਂ ਨੇ ਬਣਾਈ ਹੈ ਤੇ ਬੀਜੇਪੀ ਨੇ ਪਾਸ ਕੀਤੀ ਹੈ। ਜਿਹਨੇ ਪੰਜਾਬ ਦਾ ਤੇ ਦੇਸ਼ ਦਾ ਪੈਸਾ ਖਾਦਾ, ਛੱਡਦੇ ਕਿਸੇ ਨੂੰ ਨਹੀਂ। ਥੋੜੇ ਵੇਟ ਕਰਿਓ ਸਰ, ਆਪਾਂ ਇੱਕ ਵਾਰੀ ਸਾਰਿਆਂ ਨੂੰ ਐਡ ਕਰ ਲਈਏ। ਭੁੱਲਰ ਜੀ ਬਹੁਤ ਦੇਰ ਦੇ ਵੇਟ ਕਰ ਰਹੇ ਨੇ। ਤੁਸੀਂ 4 ਕਿਲੋਮੀਟਰ ਦਾ ਜ਼ਿਕਰ ਕਰ ਰਹੇ ਹੋ, 2 ਘੰਟੇ। ਮੈਂ ਦਰਸ਼ਕਾਂ ਨੂੰ ਦੱਸ ਦਵਾਂ, ਗੱਲ ਲੁਧਿਆਣੇ ਦੀ ਹੋ ਰਹੀ ਹੈ।
ਇਹ ਲੁਧਿਆਣੇ ਦੀ ਗੱਲ ਕਰ ਰਹੇ ਹੋ? ਠੀਕ ਬਿਲਕੁਲ ਬਿਲਕੁਲ ਆਪਣੇ ਪਤਾ ਲੱਗਿਆ ਨਾ ਕਿ ਕਿਹੜੇ ਸਿਟੀ ਦੇ ਵਿੱਚ 2 ਘੰਟੇ ਲੱਗ ਰਹੇ ਨੇ 4 ਕਿਲੋਮੀਟਰ ਦੇ ਲਈ। ਮੈਂ ਹਰਜੀਤ ਭੁੱਲਰ ਜੀ ਦਾ ਰੁਖ ਕਰਦਾ। ਭੁੱਲਰ ਜੀ, ਆਵਾਜ਼ ਮੇਰੀ ਪਹੁੰਚੀ ਹੋਏਗੀ ਉਮੀਦ ਹੈ। ਅਕਾਲੀ ਦਲ ਦੇ ਪ੍ਰਧਾਨ ਇੱਕ ਤਾਜ਼ਾ ਟਵੀਟ ਕਰਦੇ ਨੇ ਜਿਸ ਦੇ ਵਿੱਚ ਉਹਨਾਂ ਨੇ ਲਿਖ ਦਿੱਤਾ, ਦਿੱਲੀ ਦੇ ਪੁੱਤ, ਦਿੱਲੀ ਤੋਂ ਆਰਡਰ ਆਉਂਦੇ ਨੇ। ਬੜਾ ਤਲਖ ਔਰ ਤਿੱਖਾ ਉਹ ਟਵੀਟ ਹੈ। ਤੁਹਾਨੂੰ ਲੱਗਦਾ ਕਿ ਇਹਨਾਂ ਦੇ ਵਿਚਾਲੇ ਗੱਲ ਬਣ ਗਈ, ਆਮ ਆਦਮੀ ਪਾਰਟੀ ਤੇ ਕਾਂਗਰਸ ਦੇ ਵਿਚਾਲੇ? ਕਿ ਅਕਾਲੀ ਦਲ ਨੂੰ ਲੱਗ ਰਿਹਾ ਹੈ ਕਿ ਪੰਜਾਬ ਦੇ ਵਿੱਚ ਦੋਵੇਂ ਪਾਰਟੀਆਂ ਇਕੱਠੀਆਂ ਸੀਟ ਸ਼ੇਅਰਿੰਗ ਤੋਂ ਬਾਅਦ ਚੋਣ ਲੜਨਗੀਆਂ? ਕਿਉਂਕਿ ਰਾਜਾ ਵੜਿੰਗ, ਪ੍ਰਤਾਪ ਬਾਜਵਾ ਕਲੀਅਰ ਕਹਿ ਰਹੇ ਨੇ, ਇਧਰੋਂ ਆਮ ਆਦਮੀ ਪਾਰਟੀ ਕਲੀਅਰ ਕਹਿ ਰਹੀ ਹੈ ਕਿ ਅਸੀਂ ਗੁਜਰਾਤ, ਗੋਆ, ਦਿੱਲੀ, ਪੰਜਾਬ ਇੱਥੇ ਸੀਟ ਸ਼ੇਅਰਿੰਗ ਨਹੀਂ ਕਰਨੀ। ਦੇਖੋ ਗੌਰਵ ਜੀ, ਗੱਲ ਇਸ ਤਰ੍ਹਾਂ ਹੈਗੀ ਹੈ ਕਿ ਇਹ ਕੋਈ ਅੱਜ ਦੇ ਭਾਈਵਾਲ ਤੇ ਹੈ ਨਹੀਂਗੇ। ਦਿੱਲੀ ਤੋਂ ਇਹ ਸ਼ੁਰੂ ਹੋਏ ਨੇ, ਉਸ ਤੋਂ ਬਾਅਦ ਚ ਜਿਸ ਤਰ੍ਹਾਂ ਮਰਜ਼ੀ ਚੱਲਦੇ ਰਹੇ, ਲੇਕਿਨ ਅੰਦਰ ਖਾਤੇ ਦੇ ਭਾਈਵਾਲ ਹੈ ਹੀ ਹੈ। ਪਿਛਲੀ ਸਰਕਾਰ ਦੇ ਟਾਈਮ ਜਦੋਂ ਕਾਂਗਰਸ ਦੀ ਸਰਕਾਰ ਸੀ, ਜਿਸ ਤਰੀਕੇ ਨਾਲ ਇਹਦੇ 10 ਤੋਂ ਵੱਧ ਐਮਐਲਏ ਕਾਂਗਰਸ ਚਲੇ ਗਏ, ਟੂਰਿਜ਼ਮ ਕਰਕੇ ਵਾਪਸ ਆ ਗਏ ਔਰ ਇਹਨਾਂ ਨੇ ਐਕਸੈਪਟ ਕਰ ਲਏ। ਉਹਨਾਂ ਨੂੰ ਪਾਰਟੀ 'ਚ ਨਾ ਕੱਢਿਆ, ਨਾ ਡਿਸਮਿਸ ਕੀਤਾ, ਕੁਝ ਨਹੀਂ ਕੀਤਾ, ਕੋਈ ਐਕਸ਼ਨ ਨਹੀਂ ਉਹਨਾਂ ਦੇ ਖਿਲਾਫ। ਤੇ ਉਹ ਤੋਂ ਸਮਝ ਲੱਗਦੀ ਹੈ ਵੀ ਆਪਸ ਭਾਈਵਾਲ ਹੈ ਹੀ ਨੇ। ਔਰ ਜਿਹੜੀ ਜਿੱਥੇ ਤੱਕ ਸੀਟ ਸ਼ੇਅਰਿੰਗ ਦੀ ਸਵਾਲ ਹੈ, ਉੱਥੇ ਪ੍ਰਤਾਪ ਬਾਜਵਾ ਨੂੰ ਕਿਹਨੇ ਪੁੱਛਣਾ ਹੈ ਜਾਂ ਰਾਜਾ ਵੜਿੰਗ ਨੂੰ ਕਿਹਨੇ ਪੁੱਛਣਾ ਹੈ? ਜੇ ਇਹ ਡਿਸੀਜਨ ਲੈਣ ਵਾਸਤੇ ਉੱਪਰਲੀ ਜਿਹੜੀ